ਅਕਾਲ ਨਾਜ਼ਰੀਨ, ਮੈਂ ਹਾਂ ਹਰਮੀਤ ਸ਼ਾਹ ਸਿੰਘ, ਐਡੀਟਰ ਇੰਡੀਆ ਟੁਡੇ ਟੀਵੀ। ਅੱਜ ਤੁਹਾਡੇ ਨਾਲ ਆਪਣੇ ਪੰਜਾਬ ਤੱਕ ਦੇ ਨਾਜ਼ਰੀਨ ਨਾਲ ਮੈਂ ਹਾਜ਼ਰ ਹੋਇਆ ਇੱਕ ਖਾਸ ਮੁੱਦੇ ਤੇ ਗੱਲ ਕਰਨ ਵਾਸਤੇ। ਔਰ ਇਹ ਜਿਹੜਾ ਖਾਸ ਮੁੱਦਾ ਹੈ ਦੁਨੀਆ ਦੀ ਸਭ ਤੋਂ ਖਾਸ ਚੋਣਾਂ ਨਾਲ ਸੰਬੰਧਿਤ ਹੈ। ਯਕੀਨ ਰਹੇ ਕਿ ਆਉਣ ਵਾਲੀ ਨਵੰਬਰ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਵੱਡੀ ਜਿਹੜੀ ਇੱਕ ਦੁਨੀਆ ਦੀ ਤਾਕਤ ਹੈ, ਉੱਥੇ ਚੋਣਾਂ ਹੋਣ ਵਾਲੀਆਂ ਨੇ। ਤੇ ਇਹ ਜਿਹੜੀ ਅਸੀਂ ਚਰਚਾ ਕਰਾਂਗੇ ਇਹ ਕਰਾਂਗੇ ਅਮਰੀਕਨ ਇਲੈਕਸ਼ਨਸ ਦੇ ਉੱਤੇ, ਔਰ ਕੰਟੈਕਸਟ ਹੋਏਗਾ ਸਾਊਥ ਏਸ਼ੀਅਨਸ ਤੇ ਪੰਜਾਬੀ ਡਾਇਸਪੋਰਾ ਕਿ ਬਹੁਤ ਵੱਡੀ ਤਾਦਾਦ ਵਿੱਚ ਉੱਥੇ ਪੰਜਾਬੀ ਨੇ, ਸਾਊਥ ਏਸ਼ੀਅਨਸ ਨੇ, ਹੋਰ ਵੀ ਅਲੱਗ-ਅਲੱਗ ਸਾਰੀ ਦੁਨੀਆ ਦੀ ਜਿਹੜੀ ਨੈਸ਼ਨੈਲਿਟੀਜ਼ ਨੇ ਉੱਥੇ ਰਹਿੰਦੀਆਂ ਨੇ। ਪਰ ਉਸਨੂੰ ਅਸੀਂ ਉਸ ਦਾਇਰੇ ਤੱਕ ਲਿਆਵਾਂਗੇ ਜਿੱਥੇ ਤੱਕ ਸਾਡਾ ਬਹੁਤ ਗਹਿਰਾ ਤੇ ਗੂੜਾ ਸੰਬੰਧ ਹੈ, ਉਹ ਹੈਗਾ ਸਾਊਥ ਏਸ਼ੀਆ ਨਾਲ ਤੇ ਪੰਜਾਬੀਆਂ ਨਾਲ। ਤੇ ਮੇਰੇ ਨਾਲ ਇਸ ਚਰਚਾ ਵਿੱਚ ਜਿਹੜੇ ਸ਼ਾਮਲ ਹੋ ਰਹੇ ਨੇ, ਮੈਂ ਉਹਦਾ ਤਾਰੁਫ ਆਪ ਜੀ ਨਾਲ ਕਰਾਉਣਾ ਚਾਹਾਂਗਾ। ਇਹ ਨੇ ਤ੍ਰਿਦਿਵੇਸ਼ ਸਿੰਘ ਜੀ ਮੈਨੀ। ਤ੍ਰਿਦਿਵੇਸ਼ ਸਿੰਘ ਜੀ ਮੈਨੀ ਬਾਰੇ ਮੈਂ ਇੰਨਾ ਹੀ ਦੱਸਾਂਗਾ ਕਿ ਇਹ ਮਾਸਟਰਸ ਕੀਤੀ ਹੈ ਇਹਨਾਂ ਨੇ ਇੰਟਰਨੈਸ਼ਨਲ ਸਰਵਿਸ ਉੱਤੇ, ਸਕੂਲ ਆਫ ਇੰਟਰਨੈਸ਼ਨਲ ਸਰਵਿਸ, ਅਮਰੀਕਨ ਯੂਨੀਵਰਸਿਟੀ ਵਾਸ਼ਿੰਗਟਨ ਡੀਸੀ ਤੋਂ। ਤੇ ਹੁਣ ਉਹ ਵਿਜ਼ਿਟਿੰਗ ਫੈਕਲਟੀ ਨੇ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਦੇ ਵਿੱਚ, ਤੇ ਡਾਇਸਪੋਰਾ ਦੇ ਉੱਤੇ, ਪਬਲਿਕ ਪਾਲਿਸੀ ਦੇ ਉੱਤੇ, ਸਟ੍ਰੈਟੇਜਿਕ ਅਫੇਅਰਸ ਦੇ ਉੱਤੇ ਇਹਨਾਂ ਦਾ ਬਹੁਤ ਵੱਡੀ ਇਹਨਾਂ ਦੀ ਮਹਾਰਤ ਹੈ। ਔਰ ਕਈ ਤਰ੍ਹਾਂ ਦੇ ਲੇਖ ਆਉਂਦੇ ਰਹਿੰਦੇ ਨੇ, ਔਰ ਟੀਵੀ ਤੇ ਵੀ ਬਹੁਤ ਇਹਨਾਂ ਦੇ ਇੰਟਰਵਿਊ ਆਉਂਦੇ ਨੇ। ਮੈਨੀ ਸਾਹਿਬ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਨੂੰ ਪੰਜਾਬ ਤੱਕ ਦੇ ਦਰਸ਼ਕਾਂ ਵੱਲੋਂ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ। ਮੈਂ ਤੁਹਾਨੂੰ ਪਹਿਲਾਂ ਤਾਂ ਇੱਕ ਗੱਲ ਪੁੱਛਣੀ ਚਾਹਾਂਗਾ ਕਿ ਇਹ ਦੱਸਿਓ ਕਿ ਸਾਡੇ ਖਾਸ ਕਰਕੇ ਪੰਜਾਬ ਤੱਕ ਦੇ ਦਰਸ਼ਕਾਂ ਨੂੰ ਕਿ ਇਹ ਜਿਹੜੀ ਚੋਣਾਂ ਨੇ, ਜਿਹੜੀ ਅਮਰੀਕਨ ਇਲੈਕਸ਼ਨਸ ਨੇ, ਜਿਹੜੀ ਹੁਣ ਹੋਣ ਜਾ ਰਹੀਆਂ ਨੇ ਨਵੰਬਰ ਦੇ ਵਿੱਚ, ਇਹ ਇੰਡੀਅਨ ਇਲੈਕਸ਼ਨ ਨਾਲੋਂ ਕਿਸ ਤਰ੍ਹਾਂ ਅਲੱਗ ਨੇ, ਕਿਸ ਤਰ੍ਹਾਂ ਵੱਖਰੀਆਂ ਨੇ, ਜਿੱਥੋਂ ਤੱਕ ਇਹਨਾਂ ਦੇ ਬਣਤਰ ਦਾ ਸਵਾਲ ਹੈ। ਹਰਮੀਤ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਵਿਚਾਰ ਪੇਸ਼ ਕਰਨ ਦਾ, ਵਿਚਾਰ ਸਾਂਝੇ ਕਰਨ ਦਾ। ਜਿੱਥੇ ਤੱਕ ਇਲੈਕਸ਼ਨ ਹੈ 2020 ਦੀ, ਮੇਰੇ ਖਿਆਲ ਇੱਕ ਜਿਹੜੀ ਤੁਸੀਂ ਜਿਹੜਾ ਸਵਾਲ ਕੀਤਾ ਬਣਤੰਤਰ, ਜਿਹੜਾ ਡਾਇਨਾਮਿਕ ਹੈ ਇਸ ਚੋਣ ਦਾ, ਸਭ ਤੋਂ ਪਹਿਲੀ ਗੱਲ ਇਹ ਹੈ ਵੀ ਜਿਹੜਾ ਅਮਰੀਕਨ ਰਾਈਟ ਹੈ, ਜਿਹੜੇ 2016 ਦਾ ਜਿਹੜਾ ਰਾਈਟ ਸੀਗਾ, ਉਹ ਕਾਫੀ ਸਿਮਿਲਰ ਸੀਗਾ ਇੰਡੀਆ ਦੇ ਹਾਲਾਤਾਂ ਨਾਲ। ਜਦੋਂ ਡੋਨਲਡ ਟਰੰਪ ਆਏ ਸੀਗੇ, ਉਹ ਇੱਕ ਆਊਟਸਾਈਡਰ ਸੀਗੇ ਸਿਸਟਮ ਨੂੰ, ਲੋਕੀ ਕਹਿੰਦੇ ਸੀ ਇਹ ਤਬਦੀਲ ਲਿਆਉਣਗੇ ਆਰਥਿਕ ਤੌਰ ਤੇ, ਵੈਸੇ ਵੀ ਅਮਰੀਕਾ ਨੂੰ ਗਲੋਬਲ ਸਟੇਜ ਤੇ ਜਿਵੇਂ ਜਿਹੜੀ ਸਿਚੁਏਸ਼ਨ, ਮਤਲਬ ਪਹਿਲਾਂ ਕਹਿੰਦੇ ਸੀ ਅਮਰੀਕਨ ਡਿਕਲਾਈਨ ਹੈ, ਉਹਨੂੰ ਅਰੈਸਟ ਕਰਨਗੇ, ਇਹਨਾਂ ਨੇ ਮਤਲਬ ਆਪਣਾ ਨੈਰੇਟਿਵ ਬਣਾਇਆ ਸੀ। ਹੁਣ ਇਹ ਹੈ ਬਈ ਇੱਕ ਡਿਸਇਲੂਸ਼ਨਮੈਂਟ ਜੀ ਆ ਗਈ ਹੈ, ਔਰ ਇਹ ਜਿਹੜੀ ਬਿਲੀਫ ਸੀਗੀ ਵੀ ਆਊਟਸਾਈਡਰ ਆ ਕੇ ਸਿਸਟਮ ਨੂੰ ਸਾਫ਼ ਸੁਥਰਾ ਕਰੇਗਾ, ਉਹ ਬਿਲਕੁਲ ਉਹ ਜਿਹੜੀ ਮਿਥ ਹੈ ਉਹ ਟੁੱਟ ਗਈ ਹੈ। ਕਿਉਂਕਿ ਇਹਨਾਂ ਦੀ ਕਈ ਜਿਹੜੇ ਪਰਸਨਲ ਨਿੱਜੀ ਤੌਰ ਤੇ ਜਿਹੜੀਆਂ ਕਈ ਗੱਲਾਂ ਬਾਤਾਂ ਹੋਈਆਂ ਆਪਣੇ ਐਡਵਾਈਜ਼ਰਸ ਨਾਲ। ਇੱਕ ਮਤਲਬ ਸਭ ਤੋਂ ਅਹਿਮ ਮਿਸਾਲ ਮੈਂ ਤੁਹਾਨੂੰ ਦੇਣਾ ਚਾਹਾਂਗਾ ਵੀ ਜਿਹੜੇ ਜੌਨ ਬੋਲਟਨ, ਜਿਹੜੇ ਇਹਨਾਂ ਦੇ ਕਰੀਬੀ ਐਡਵਾਈਜ਼ਰ, ਸਲਾਹਕਾਰ ਮੰਨੇ ਜਾਂਦੇ ਸੀ, ਉਹਨਾਂ ਨੇ ਆਪਦੀ ਕਿਤਾਬ ਵਿੱਚ ਕਈ ਮਤਲਬ ਇਹੋ ਜਿਹੇ ਖੁਲਾਸੇ ਕੀਤੇ ਨੇ ਜਿੱਥੇ ਇਹ ਸਾਫ਼ ਹੋ ਜਾਂਦਾ ਹੈ ਵੀ ਕਿਸੇ ਵੀ ਗੱਲ ਤੇ ਇੱਕ ਤਾਂ ਸਥਿਰ ਨਹੀਂ, ਸਟੇਬਲ ਨਹੀਂ। ਦੂਜੀ ਗੱਲ ਹੈ ਇਹਨਾਂ ਦੀ ਜਿਹੜਾ ਡੋਨਲਡ ਟਰੰਪ, ਇਹਨਾਂ ਦੀ ਇੱਕ ਜਿਹੜੀ ਬਹੁਤ ਗੱਲ ਇਹਨਾਂ ਦੇ ਖਿਲਾਫ ਜਾ ਰਹੀ ਹੈ ਗਲੋਬਲ ਕੰਟੈਕਸਟ ਵਿੱਚ, ਉਹ ਇਹ ਹੈ ਵੀ ਜਿਹੜੀਆਂ ਪਾਰਟਨਰਸ਼ਿਪ ਸੀਗੀਆਂ, ਜਿਹੜੇ ਪੁਰਾਣੇ ਐਲਾਈ ਸੀਗੇ, ਉਹਨਾਂ ਨਾਲ ਵੀ ਜਿਹੜੀਆਂ ਦਰਾਰਾਂ ਨੇ ਵੱਧਦੀਆਂ ਜਾ ਰਹੀਆਂ ਨੇ। ਸੋ ਉਹ ਜਿਹੜਾ ਚਾਰਮ ਸੀਗਾ ਆਊਟਸਾਈਡਰ ਦਾ, ਜਿਵੇਂ ਅਸੀਂ ਦੁਨੀਆ ਭਰ ਚ ਕਿਹਾ ਜਾਂਦਾ ਜੀ ਬਾਹਰੋਂ ਜਿਹੜੇ ਆਊਟਸਾਈਡਰ ਆਉਣਗੇ ਉਹ ਤਬਦੀਲ ਲਿਆਉਣਗੇ, ਉਹ ਐਟਲੀਸਟ ਅਮਰੀਕਨ ਕੰਟੈਕਸਟ ਵਿੱਚ ਜੋ ਮਰਜ਼ੀ, ਹੁਣ ਨਤੀਜਾ ਤੇ ਆਪਾਂ ਕਹਿ ਨਹੀਂ ਸਕਦੇ ਇਸ ਵੇਲੇ, ਬਟ ਉਹ ਚਾਰਮ ਜਿਹੜਾ ਔਰਾ ਸੀਗਾ ਉਹ ਹਟ ਗਿਆ। ਸੋ ਉਹ ਇੱਕ ਡੈਫੀਨਿਟ ਇੱਕ ਡਿਫਰੈਂਸ ਹੈਗੀ। ਇਹ ਕਿਆ ਡਿਫਰੈਂਸ ਹੈ? ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਇੱਧਰ ਕਿ ਜਿਹੜੀ ਅਮਰੀਕਨ ਇਲੈਕਸ਼ਨ ਹੈਗੀ ਖਾਸ ਕਰਕੇ, ਇਹ ਬਾਈਨਰੀ ਇਲੈਕਸ਼ਨ ਹੁੰਦੀ ਹੈ। ਮੋਸਟਲੀ ਦੋ ਪਾਰਟੀਆਂ ਨੇ, ਇੱਕ ਪਾਸੇ ਰਿਪਬਲਿਕਨ ਨੇ ਜਿੱਥੋਂ ਡੋਨਲਡ ਟਰੰਪ ਨੇ, ਇੱਕ ਪਾਸੇ ਡੈਮੋਕ੍ਰੇਟ ਨੇ ਜਿੱਥੋਂ ਜੋ ਬਾਈਡਨ ਨੇ। ਜੋ ਬਾਈਡਨ ਦੀ ਉਮਰ ਜਿਹੜੀ ਹੈ 70 ਸਾਲ ਦੀ ਹੈਗੀ ਹੈ, 77 ਇਅਰਸ 올ਡ ਨੇ, ਉਹ ਪਹਿਲੇ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ। ਇਹਨਾਂ ਦੋਨਾਂ ਦੇ ਵਿੱਚ ਮੁਕਾਬਲਾ ਹੈਗਾ। ਔਰ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਇਹ ਇਤਨੀ ਸਿੰਪਲ ਨਹੀਂ ਹੁੰਦੀ ਜਿਸ ਤਰ੍ਹਾਂ ਇੰਡੀਆ ਦੀ ਇਲੈਕਸ਼ਨ ਹੈ। ਡਾਇਰੈਕਟ ਵੋਟ ਹੈਗਾ, ਪਪੂਲਰ ਵੋਟ ਹੈਗਾ, ਤੇ ਐਮਪੀ ਜਾਏਗਾ ਤੇ ਵੋਟ ਮਿਲੇਗਾ, ਤੇ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਦੀ ਚੋਣ ਹੋ ਜਾਏਗੀ। ਇੱਥੇ ਇੱਕ ਇਲੈਕਟੋਰਲ ਕਾਲਜ ਹੁੰਦਾ, ਬੜਾ ਕੰਪਲੈਕਸ ਹੈ। ਇਸ ਨੂੰ ਇਤਨਾ ਅਸੀਂ ਇਹ ਸਮਝ ਲਈਏ ਕਿ ਇੱਕ ਜਿਹੜੀ ਉਹਦੀ ਨਿਟੀ ਗ੍ਰਿਟੀਜ਼ ਅਗਰ ਉਸ ਵਿੱਚ ਜਾਈਦਾ ਹੈ ਤੇ ਉਹ ਇੰਡੀਆ ਦੀ ਇਲੈਕਸ਼ਨਸ ਨਾਲੋਂ ਕਾਫੀ ਉਹ ਵੱਖਰੀਆਂ ਨੇ। ਤੇ ਇਸ ਇਲੈਕਸ਼ਨ ਦੇ ਵਿੱਚ ਮੈਨੀ ਸਾਹਿਬ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇੱਕ ਬ੍ਰੌਡਰ ਜਿਹੜਾ ਇੱਕ ਪਰਸਪੈਕਟਿਵ ਹੈ ਦਿੱਤਾ ਹੈਗਾ ਕਿ ਵੀ ਡੋਨਲਡ ਟਰੰਪ ਦੀ ਜਿਹੜੀ ਆਪਣੀ ਜਿਹੜੀ ਪਰਸਨਲ ਜਿਹੜੀ ਉਹਨਾਂ ਦੀ ਇਮੇਜ ਹੈਗੀ ਉਸ ਨੂੰ ਕਾਫੀ ਧੱਕਾ ਪਹੁੰਚਿਆ ਹੈਗਾ। ਤੇ ਕੀ ਹੁਣ ਤਾਂ ਜਿਹੜਾ ਮੈਂ ਦੇਖ ਰਿਹਾ ਸੀ ਕਿ ਹੁਣ ਤੇ ਪੋਲਸ ਚੱਲ ਰਹੇ ਨੇ, ਤੇ ਅੱਜ ਦਾ ਜਿਹੜਾ ਪੋਲਸ ਆ ਰਹੇ ਨੇ ਹੁਣ, ਉਹ ਪੋਲਸ ਤੁਹਾਨੂੰ ਬ੍ਰੌਡਰ ਉਹਦੇ ਵਿੱਚ, ਬ੍ਰੌਡਰ ਸੈਂਸ ਦੇ ਵਿੱਚ ਕੀ ਪਿਕਚਰ ਦੱਸਦੇ ਨੇ ਕਿ ਇਲੈਕਸ਼ਨ ਕਿਸ ਤਰਫ ਨੂੰ ਜਾ ਰਹੀ ਹੈ?
ਦੇਖੋ ਜੀ, ਈਵਨ ਜਿਹੜੇ ਰਿਪਬਲਿਕਨ ਸਟਰੋਂਗਹੋਲਡਸ ਕੰਸੀਡਰ ਕੀਤੇ ਜਾਂਦੇ ਨੇ, ਉੱਥੇ ਵੀ ਬਹੁਤ ਜਿਹੜੀ ਰੇਸ ਹੈ ਉਹ ਬਹੁਤ ਟਾਈਟ ਹੈ। ਔਰ ਸਭ ਤੋਂ ਇੱਕ ਅਹਿਮ ਜਿਹੜਾ ਫਿਗਰ ਆਇਆ ਰੀਸੈਂਟਲੀ, ਉਹ ਇਹ ਹੈ ਵੀ ਈਵਨ ਜਿਹੜੇ ਵਾਈਟ ਅਮਰੀਕਨਸ ਨੇ, ਉਹਨਾਂ ਵਿੱਚ ਵੀ ਟਰੰਪ ਦੀ ਜਿਹੜੀ ਲੀਡ ਹੈ ਕੋਈ ਬਹੁਤੀ ਨਹੀਂ ਹੈ। ਸੋ ਕਈ ਜਿਹੜੇ ਸਟੇਟਸ ਜਿਵੇਂ ਅਲਾਸਕਾ ਹੈਗਾ, ਈਵਨ ਜਿਹੜੀ ਬੈਲਟ ਸੀਗੀ, ਰਸਟ ਬੈਲਟ ਜਿਹਨੂੰ ਆਪਾਂ ਕਹਿੰਦੇ, ਜਿਹੜੀ ਮਿਡ ਵੈਸਟ ਹੈ ਯੂਐਸ ਦੀ, ਜਿੱਥੇ ਵਰਕਰਸ ਬਹੁਤ ਨਿਰਾਸ਼ ਸੀਗੇ ਗਲੋਬਲਾਈਜੇਸ਼ਨ ਨਾਲ, ਔਰ ਉੱਥੇ ਟਰੰਪ ਨੇ ਕਾਫੀ ਇਨਰੋਡਸ ਪਿਛਲੇ ਵਾਰ ਕੀਤੇ, ਉੱਥੇ ਵੀ ਟਰੰਪ ਦੀ ਕੋਈ ਸਿਚੁਏਸ਼ਨ ਕੋਈ ਬਹੁਤੀ ਚੰਗੀ ਨਹੀਂ ਹੈ। ਔਰ ਜਿਵੇਂ ਮੈਂ ਕਿਹਾ ਕਿ ਈਵਨ ਜਿਹੜੇ ਰਿਪਬਲਿਕਨ ਸਟਰੋਂਗਹੋਲਡਸ ਕੰਸੀਡਰ ਕੀਤੇ ਜਾਂਦੇ ਨੇ, ਉੱਥੇ ਵੀ ਇਹਨਾਂ ਨੂੰ ਪੂਰੀ ਟੱਕਰ ਮਿਲ ਰਹੀ ਹੈ ਬਾਈਡਨ ਵੱਲੋਂ। ਸੋ ਮੇਰੇ ਖਿਆਲ ਇਹ ਜਿਹੜਾ ਵਾਈਟ ਅਮਰੀਕਨਸ ਔਰ ਜਿਹੜੇ ਰਿਪਬਲਿਕਨ ਸਟਰੋਂਗਹੋਲਡ 'ਚ ਟੱਕਰ ਮਿਲਣਾ, ਇਹ ਮੇਰੇ ਖਿਆਲ ਕਾਫੀ ਅਹਿਮ ਗੱਲ ਹੈ। ਹੁਣ ਜੇ ਕੋਈ ਗੇਮ 'ਚ ਕੋਈ ਹੋਰ ਐਕਸ ਫੈਕਟਰ ਆ ਜਾਂਦਾ ਅਗਲੇ 2 ਤੇ 3 ਮਹੀਨਿਆਂ ਦੇ ਅੰਦਰ, ਹੱਲੇ ਹੈਗੇ ਨੇ 3 ਮਹੀਨਿਆਂ ਤੋਂ ਜ਼ਿਆਦਾ, ਜੇ ਕੋਈ ਐਕਸ ਫੈਕਟਰ ਹੋਰ ਆਉਂਦਾ ਹੋਰ ਗੱਲ ਹੈ, ਪਰ ਇਹ ਕੋਈ ਟਰੰਪ ਵਾਸਤੇ ਕੋਈ ਬਹੁਤੇ ਪੋਜ਼ਿਟਿਵ ਸਿਗਨਲਸ ਨਹੀਂ ਹੈਗੇ। ਟਰੰਪ ਵਾਸਤੇ ਕੋਈ ਬਹੁਤੇ ਪੋਜ਼ਿਟਿਵ ਸਿਗਨਲਸ ਨਹੀਂ ਨੇ। ਮੈਂ ਤੇ ਪਿੱਛੇ ਦੇਖ ਰਿਹਾ ਸੀ ਕਿ ਆਪਾਂ ਜਦੋਂ ਹੁਣ ਸਾਊਥ ਏਸ਼ੀਆ ਵੱਲ ਆਵਾਂਗੇ, ਉਸ ਤੋਂ ਪਹਿਲਾਂ ਅਸੀਂ ਇੱਕ ਥੋੜਾ ਜਿਹਾ ਆਪਣੇ ਆਡੀਅנਸਿਸ ਨੂੰ ਉਸ ਦੀ ਪੂਰੀ ਇੱਕ ਰੂਪਰੇਖਾ ਵੀ ਦੇਣਾ ਚਾਹੁੰਦੇ ਸੀ। ਮੈਨੂੰ ਇੱਕ ਗੱਲ ਹੋਰ ਦੱਸੋ ਮੈਨੀ ਸਾਹਿਬ, ਕਿ ਤੁਸੀਂ ਕਿਹਾ ਕਿ ਟਰੰਪ ਵਾਸਤੇ ਕੋਈ ਆਸਾਰ ਨਹੀਂ ਦਿਖ ਰਹੇ ਹੈਗੇ। ਉਧਰ ਅਸੀਂ ਦੇਖ ਰਹੇ ਹਾਂ ਕਿ ਵੀ ਹੁਣ ਉਹ ਕਾਫੀ ਫੋਰਸ ਦਾ ਵੀ ਯੂਜ਼ ਹੋ ਰਿਹਾ ਹੈਗਾ, ਔਰ ਕਈ ਇਸ ਤਰ੍ਹਾਂ ਦੀ ਖਬਰਾਂ ਵੀ ਆਉਂਦੀਆਂ ਨੇ। ਔਰ ਤੁਸੀਂ ਇਹ ਵੀ ਗੱਲ ਕਹੀ ਕਿ ਜਿਹੜਾ ਵਾਈਟ ਵੋਟਰ ਹੈਗਾ, ਜਿਹੜਾ ਉੱਥੇ ਦਾ ਖਾਸ ਕਰਕੇ ਜਿਹਨੂੰ ਕਈ ਵਾਰੀ ਅਸੀਂ ਸੁਪਰੈਮਿਸਟ ਵੀ ਕਹਿ ਦਿੰਦੇ ਹੈਗੇ ਆ, ਤੇ ਉਹਦੇ ਮਨ ਦੇ ਵਿੱਚ ਵੀ ਕੋਈ ਨਾ ਕੋਈ ਤਬਦੀਲੀਆਂ ਆਈਆਂ। ਮੇਰਾ ਜਿਹੜਾ ਇੱਕ ਮੈਂ ਸੋਚਦਾ ਇਸ ਗੱਲ ਨੂੰ ਕਿ ਯੂਐਸ ਇਲੈਕਸ਼ਨ ਦੇ ਵਿੱਚ ਐਤਕੀ ਮੁੱਦਾ ਕੀ ਹੈ? ਕੀ ਮੁੱਦਾ ਇਮੀਗ੍ਰੇਸ਼ਨ ਹੈ? ਕੀ ਮੁੱਦਾ ਕਲਾਈਮੇਟ ਚੇਂਜ ਹੈ? ਕੀ ਮੁੱਦਾ ਜਿਹੜਾ ਹੈਗਾ ਉਹ ਐਜੂਕੇਸ਼ਨ ਹੈ? ਕੀ ਮੁੱਦਾ ਜਿਹੜਾ ਹੈਗਾ ਉਹ ਠੀਕ ਹੈ ਓਵਰਆਲ ਇਕਨੋਮੀ ਹੈ? ਜਾਂ ਮੁੱਦਾ ਜਿਹੜਾ ਹੈਗਾ ਉਹ ਇੱਕ ਆ ਜਾਂਦਾ ਹੈ ਕਿ ਲੀਡਰਸ਼ਿਪ ਕਿਸ ਤਰ੍ਹਾਂ ਦੀ ਹੋਵੇ? ਇਹਨਾਂ ਵਿੱਚੋਂ ਤੁਸੀਂ ਕੀ ਸੋਚਦੇ ਹੋ ਕਿ ਮੁੱਦਾ ਚੱਲ ਕਿੱਥੇ ਰਿਹਾ? ਇਲੈਕਸ਼ਨ ਜਿਹੜੀ ਹੈਗੀ ਹੈ ਕਿਸ ਇਸ਼ੂ ਦੇ ਉੱਤੇ ਲੜੀ ਜਾ ਰਹੀ ਹੈ? ਦੇਖੋ ਜੀ, ਅਗੇਨ ਇਹ ਡਿਪੈਂਡ ਕਰਦਾ ਵੀ ਆਪਾਂ ਕਿਹੜੇ ਗਰੁੱਪ ਦੀ ਗੱਲ ਕਰ ਰਹੇ ਹਾਂ। ਸੋ ਫॉर ਇੰਸਟੈਂਸ ਜਿਹੜੀ ਮਹਾਮਾਰੀ ਤੋਂ ਬਾਅਦ ਡੈਫੀਨਿਟਲੀ ਇੱਕ ਐਂਟੀ ਚਾਈਨਾ ਸੈਂਟੀਮੈਂਟ ਹੈਗਾ, ਔਰ ਉਹ ਜਿਹੜੇ ਆਪਾਂ ਬਿਆਨ ਦੇਖ ਰਹੇ ਹਾਂ ਸਿਰਫ ਰਿਪਬਲਿਕਨਸ ਤੋਂ ਹੀ ਨਹੀਂ, ਡੈਮੋਕ੍ਰੈਟਸ ਤੋਂ ਵੀ ਕਾਫੀ ਜਿਹੜੇ ਬਿਆਨ ਆ ਰਹੇ ਨੇ ਉਹ ਕਾਫੀ ਐਂਟੀ ਚਾਈਨਾ, ਔਰ ਕਾਫੀ ਇਨਫੈਕਟ ਹਿਲਰੀ ਕਲਿੰਟਨ ਨੇ ਕੱਲ ਪਰਸੋਂ ਇੱਕ ਬਿਆਨ ਦਿੱਤਾ ਬੜਾ ਸਟਰੋਂਗ ਔਰ ਐਂਟੀ ਚਾਈਨਾ। ਕਾਰਨ ਅੱਡ ਨੇ ਵੀ ਐਂਟੀ ਚਾਈਨਾ ਹੋਣ ਦਾ ਜਿਹੜੀ ਅਪਰੋਚ ਹੈ ਥੋੜੀ ਜਿਹੀ ਅੱਡ ਹੈ ਰਿਪਬਲਿਕਨਸ ਤੋਂ, ਪਰ ਐਂਟੀ ਚਾਈਨਾ ਸੈਂਟੀਮੈਂਟ ਡੈਫੀਨਿਟਲੀ ਹੈਗਾ ਅਕ੍ਰੋਸ ਦ ਬੋਰਡ। ਇੱਕ ਤਾਂ ਇਹ ਗੱਲ ਹੈ। ਦੂਜੀ ਗੱਲ ਇਹ ਹੈ, ਜੇ ਆਪਾਂ ਦੇਖੀਏ ਇਟ ਡਿਪੈਂਡਸ ਫਰਮ ਜਿਹੜਾ ਇਕਨੋਮਿਕ ਸਟ੍ਰਾਟਾ ਉੱਤੇ ਡਿਪੈਂਡ ਕਰਦਾ ਵੀ ਕਿਹੜੀ ਇਕਨੋਮਿਕ ਸਟ੍ਰਾਟਾ ਤੋਂ ਕੋਈ ਬਿਲੋਂਗ ਕਰਦਾ। ਜੇ ਅਸੀਂ ਸਪੈਸੀਫਿਕਲੀ ਇਮੀਗ੍ਰੈਂਟਸ ਵੱਲ ਜਦੋਂ ਆ ਜਾਂਦੇ ਆ, ਤੇ ਫਿਰ ਜਿਹੜੀ ਡਿਵਾਈਡ ਹੈ ਸਿਰਫ ਇਕਨੋਮਿਕ ਸਟ੍ਰਾਟਾ ਦੀ ਨਹੀਂ ਰਹਿੰਦੀ, ਥੋੜੀ ਜਨਰੇਸ਼ਨਲ ਵੀ ਆ ਜਾਂਦੀ ਹੈ ਗੱਲ। ਫॉर ਇੰਸਟੈਂਸ ਜਿਹੜੇ ਹੁਣ ਯੰਗਸਟਰ ਜਿਨ੍ਹਾਂ ਦੀ ਜੰਪਲ ਅਮਰੀਕਾ ਆ ਜਾਏ, ਜਿਨ੍ਹਾਂ ਨੇ ਦੇਖਿਆ ਵੀ ਅਮਰੀਕਨ ਡ੍ਰੀਮ ਵਾਲਾ ਜਿਹੜਾ ਨੈਰੇਟਿਵ ਸੀਗਾ, ਜਦੋਂ ਰੇਸਿਜ਼ਮ ਵੇਖਦੇ ਨੇ, ਜਦੋਂ ਕਹਿੰਦੇ ਨੇ ਜੀ ਜਿਹੜੇ ਟਰੰਪ ਦਾ ਪਰਿਆਵਰਨ ਦੇ ਕਈ ਮੁੱਦੇ ਉੱਤੇ ਕਈ ਜਿਹੜਾ ਸਟੈਂਡ ਰਿਹਾ, ਸੋ ਉਹ ਵੀ ਮੁੱਦੇ ਨੇ ਇਲੈਕਸ਼ਨ ਵਿੱਚ। ਔਰ ਅੱਛਾ, ਇੱਕ ਹੋਰ ਜਿਹੜਾ ਪਹਿਲੂ ਵੇਖਣ ਵਾਲਾ ਇਹ ਹੈ ਵੀ ਉੱਥੇ ਖਿੱਤੇ ਉੱਤੇ ਵੀ ਡਿਪੈਂਡ ਕਰਦਾ ਵੀ ਕਿਹੜੇ ਖਿੱਤੇ ਵਿੱਚ। ਹੁਣ ਫॉर ਇੰਸਟੈਂਸ ਕੈਲੀਫੋਰਨੀਆ 'ਚ ਜਿਹੜਾ ਮੁੱਦਾ ਹੈ ਪਾਲਿਸੀ ਦਾ, ਉਹਨਾਂ ਦੀ ਪ੍ਰਾਇੋਰਟੀ ਥੋੜੀ ਅੱਡ ਹੋਵੇਗੀ। ਜਦੋਂ ਆਪਾਂ ਆ ਜਾਾਂਗੇ ਨਿਊਯਾਰਕ ਔਰ ਵਾਸ਼ਿੰਗਟਨ ਡੀਸੀ ਵੱਲ, ਉੱਥੇ ਫਿਰ ਫੋਰਨ ਪਾਲਿਸੀ ਦਾ ਹੋਰ ਜ਼ਿਆਦਾ ਅਹਿਮੀਅਤ ਹੈ। ਸੋ ਈਵਨ ਜਿਹੜਾ ਡੋਮੈਸਟਿਕ ਔਰ ਫੋਰਨ ਪਾਲਿਸੀ ਦਾ ਹੈ, ਐਂਟੀ ਚਾਈਨਾ ਸੈਂਟੀਮੈਂਟ ਇੱਕ ਹੈਗਾ, ਪਰ ਕਿੰਨਾ ਕੁ ਅਸਰ ਕਰਦਾ ਉਹ ਸੂਬੇ ਉੱਤੇ ਵੀ ਡਿਪੈਂਡ ਕਰਦਾ, ਰੀਜਨ ਉੱਤੇ ਵੀ ਡਿਪੈਂਡ। ਸੋ ਰੀਜਨਲ ਡਿਫਰੈਂਸਸ ਵੀ ਹੈਗੇ ਨੇ ਉੱਤੇ ਕਾਫੀ ਜ਼ਿਆਦਾ। ਜਦੋਂ ਆਪਾਂ ਗੱਲ ਐਂਟੀ ਚਾਈਨਾ ਸੈਂਟੀਮੈਂਟ ਦੀ ਗੱਲ ਕਹੀ, ਐਂਟੀ ਚਾਈਨਾ ਸੈਂਟੀਮੈਂਟ ਤੁਸੀਂ ਇਹ ਦੱਸ ਰਹੇ ਹੋ ਕਿ ਐਂਟੀ ਚਾਈਨਾ ਸੈਂਟੀਮੈਂਟ ਜਿਹੜਾ ਹੈਗਾ ਉਹ ਦੋਵੇਂ ਪਾਰਟੀਆਂ ਦੇ ਵਿੱਚ ਹੈਗਾ। ਸੋ ਦੈਟ ਮੀਨਸ ਕਿ ਵੀ ਇਹ ਜਿਹੜਾ ਐਂਟੀ ਚਾਈਨਾ ਸੈਂਟੀਮੈਂਟ ਹੈਗਾ, ਇਹ ਕੋਈ ਜ਼ਰੂਰੀ ਗੱਲ ਨਹੀਂ ਕਿ ਇਸ ਨੂੰ ਪ੍ਰੋੜਤਾ ਮਿਲ ਰਹੀ ਹੋਵੇ ਟਰੰਪ ਵੱਲੋਂ, ਤੇ ਟਰੰਪ ਨੂੰ ਇਸ ਦਾ ਕੋਈ ਬਹੁਤਾ ਲਾਭ ਹੋਵੇ, ਕਿਉਂਕਿ ਦੂਸਰੀ ਪਾਰਟੀਆਂ ਵੀ ਜਿਹੜੀ ਡੈਮੋਕ੍ਰੈਟਸ ਵੀ ਨੇ, ਉਹ ਵੀ ਐਂਟੀ ਚਾਈਨੀਜ਼ ਸੈਂਟੀਮੈਂਟਸ ਨੂੰ ਉਸ ਨੂੰ ਕਾਫੀ ਕੇਟਰ ਕਰ ਰਹੀਆਂ ਨੇ। ਔਰ ਉਸ ਨੂੰ ਉਹ ਵੀ ਜਿਹੜਾ ਪਬਲਿਕ ਦੇ ਵਿੱਚ ਇੱਕ ਖਾਸ ਕਰਕੇ ਕਰੋਨਾ ਵਾਇਰਸ ਦੇ ਬਾਅਦ ਇੱਕ ਜਿਹੜਾ ਗੁੱਸਾ ਵੀ ਆਇਆ ਹੈਗਾ, ਤੇ ਉਸ ਨੂੰ ਵੀ ਉਹ ਬੜੇ ਆਪਣੇ ਤਰੀਕੇ ਨਾਲ ਉਸ ਨੂੰ ਟੈਕਲ ਕਰ ਰਹੇ ਨੇ, ਔਰ ਉਸ ਨੂੰ ਇਨ ਦਾ ਸੈਂਸ ਉਸ ਨੂੰ ਕੇਟਰ ਕਰ ਰਹੇ ਨੇ ਜੀ। ਮੈਂ ਪਿੱਛੇ ਇੱਕ ਰਿਸਰਚ ਹੋਣੇ ਪਿੱਛੇ ਪੜ੍ਹ ਰਿਹਾ ਸੀ, ਇਟ ਵਾਸ ਨਾਟ ਅ ਰਿਸਰਚ, ਬੇਸਿਕਲੀ ਇੰਟਰਵਿਊ ਸੀ ਕਾਫੀ, ਅਲ ਜਜ਼ੀਰਾ ਦੇ ਵਿੱਚ ਬੜੀ ਅੱਛੀ ਸਟੋਰੀ ਦੇਖ ਰਿਹਾ ਸੀ। ਉਹ ਕਹਿ ਰਹੇ ਸਨ ਕਿ ਉਹਨਾਂ ਨੇ ਚਾਈਨੀਜ਼ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਇੰਟਰਵਿਊ ਕੀਤਾ, ਕਹਿੰਦੇ ਨੇ ਚਾਈਨਾ ਵੀ ਇਹ ਚਾਹੇਗਾ ਕਿ ਕਿਸੇ ਤਰੀਕੇ ਨਾਲ ਸੋਚਣ ਵਾਲੀ ਗੱਲ ਹੈ ਕਿ ਟਰੰਪ ਜਿਹੜੇ ਨੇ ਉਹ ਜਿੱਤ ਜਾਣ,
ਕਿਉਂਕਿ ਅਗਰ ਉਹ ਚਾਈਨਾ ਕਹਿ ਰਹੇ, ਉਹ ਉਹਨਾਂ ਦੀ ਜਿਹੜੀ ਵਿਚਾਰ ਉਹ ਹੈਗੀ ਕਿ ਅਗਰ ਟਰੰਪ ਜਿੱਤਦੇ ਨੇ ਤੇ ਜਿਹੜੇ ਅਮਰੀਕਾ ਦੀ ਓਵਰਆਲ ਜਿਹੜੀ ਗਲੋਬਲ ਅਲਾਈਅੰਸ ਹੈ ਉਹ ਕਿਤੇ ਨਾ ਕਿਤੇ ਕਮਜ਼ੋਰ ਪੈਂਦੀ ਹੈ। ਇਸ ਇਹ ਜਿਹੜੀ ਤੁਸੀਂ ਕੰਟਰਾਡਿਕਸ਼ਨ ਦੇਖਦੇ ਹੋ, ਇਸ ਬਾਰੇ ਕੀ ਕਹਿੰਦੇ ਹੋ? ਦੇਖੋ ਇਹ ਗੱਲ ਇਹ ਹੈ ਜੀ, ਇਹ ਬੇਸਿਕ ਗੱਲ ਹੈ ਕਿ ਹੋਇਆ ਕੀ ਹੈ, ਜਦੋਂ ਤੋਂ ਟਰੰਪ ਆਏ ਨੇ 2016 ਤੋਂ, ਸਾਰੀਆਂ ਜਿਹੜੀਆਂ ਰਿਲੇਸ਼ਨਸ਼ਿਪਸ ਨੇ, ਭਾਵੇਂ ਉਹ ਯੂਰਪੀਅਨ ਯੂਨੀਅਨ ਨਾਲ ਹੋਵੇ, ਭਾਵੇਂ ਉਹ ਯੂਨਾਈਟਿਡ ਕਿੰਗਡਮ ਨਾਲ ਹੋਵੇ, ਭਾਵੇਂ ਉਹ ਏਸ਼ੀਆ ਵਿੱਚ ਜਾਪਾਨ ਸਾਊਥ ਕੋਰੀਆ ਨਾਲ ਹੋਵੇ, ਉੱਥੇ ਸਭ ਕੁਝ ਟ੍ਰਾਂਜੈਕਸ਼ਨਲ ਹੋ ਗਿਆ ਹੈ। ਹੁਣ ਫॉर ਇੰਸਟੈਂਸ ਕਦੀ ਗੱਲ ਹੁੰਦੀ ਹੈ ਜੀ, ਜਿਹੜੇ ਨੇਟੋ ਦੇ ਟਰੂਪਸ ਹੈਗੇ ਨੇ, ਅਸੀਂ ਵਿਡਰਾ ਕਰ ਰਹੇ ਹਾਂ ਜਰਮਨੀ ਤੋਂ, ਇਨਫੈਕਟ ਰੀਸੈਂਟਲੀ ਹੋਇਆ ਮਹਾਮਾਰੀ ਦੇ ਦਰਮਿਆਨ, ਸੋ ਨੈਚੁਰਲੀ ਸਾਡੇ ਜਰਮਨੀ ਨਾਲ ਸਾਡੇ ਜਿਹੜੇ ਤਾਲੁਕਾਤ ਖਰਾਬ ਹੋਏ, ਦਰਾਰਾਂ ਹੋਰ ਵੱਧ ਗਈਆਂ। ਫਿਰ ਕੰਪਲੈਕਸ ਮੁੱਦਿਆਂ ਉੱਤੇ, ਜਿਵੇਂ ਫॉर ਇੰਸਟੈਂਸ ਇਰਾਨ ਹੈ, ਇਰਾਨ ਉੱਤੇ ਇਹਨਾਂ ਦੇ ਐਲਾਈਜ਼ ਨਾਲ ਕਾਫੀ ਡਿਫਰੈਂਸ ਨੇ। ਤੁਸੀਂ ਦੇਖਿਆ ਹੀ ਹੋਣਾ, ਜਿਹੜੀ ਇਰਾਨ ਚਾਈਨਾ ਜਿਹੜੀ ਐਗਰੀਮੈਂਟ ਹੈ 25 ਸਾਲ ਦੀ, ਉਹਦਾ ਇੰਡੀਆ ਉੱਤੇ ਵੀ ਅਸਰ ਪਏਗਾ। ਸੋ ਹੋਇਆ ਕੀ ਹੈ ਕਿ ਟਰੰਪ ਜਿਹੜੇ ਨੇ, ਇੱਕ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਇਹ ਮਲਟੀਲੈਟਰਲਿਜ਼ਮ ਨੂੰ ਇਹਨਾਂ ਨੇ ਬਿਲਕੁਲ ਹੀ ਮੋਰਲੈਸ ਜ਼ੀਰੋ ਕਰ, ਮਲਟੀਲੈਟਰਲਿਜ਼ਮ ਇਹਨਾਂ ਦੀ ਕੈਲਕੂਲੇਸ਼ਨਸ ਕਿਤੇ ਫਿਗਰ ਕਰਦਾ ਨਹੀਂ ਹੈ। ਇੱਕ ਗੱਲ ਤਾਂ ਇਹ ਹੈ। ਫॉर ਇੰਸਟੈਂਸ ਤੁਸੀਂ WTO ਲੈ ਲਓ, WHO ਲੈ ਲਓ, ਕੁਝ ਵੀ ਗਲੋਬਲਾਈਜੇਸ਼ਨ ਨੂੰ ਇਹਨਾਂ ਨੇ ਡੀਗਲੋਬਲਾਈਜੇਸ਼ਨ ਕਰ ਦਿੱਤਾ, ਮਲਟੀਲੈਟਰਲਿਜ਼ਮ ਤੋਂ ਤਾਂ ਬਿਲਕੁਲ ਹੀ ਉਹ ਹਟ ਗਏ ਨੇ। ਇੱਕ ਤਾਂ ਗੱਲ ਇਹ ਹੈ ਇਹਨਾਂ ਦੀ। ਦੂਜੀ ਗੱਲ ਇਹ ਹੈ ਕਿ ਇਹਨਾਂ ਦੀਆਂ ਜਿਹੜੀਆਂ ਪਾਰਟਨਰਸ਼ਿਪਸ ਨੇ, ਜਿਵੇਂ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਸੀ ਅਮਰੀਕਾ ਦੀ, ਜਿਹੜੇ ਵਿਲਸੋਨੀਅਨ ਆਈਡੀਅਲ ਸੀਗੇ ਜਾਂ ਲਿਬਰਲ ਜਿਹੜਾ ਨੈਰੇਟਿਵ ਸੀਗਾ, ਜਿਹੜੇ ਸਾਡੇ ਜਿਹੜੀਆਂ ਅਲਾਈਅੰਸਿਸ ਸੀਗੀਆਂ, ਦੇ ਵਰ ਬੇਸਡ ਔਨ ਡੈਮੋਕ੍ਰੈਟਿਕ, ਸ਼ੇਅਰ ਡੈਮੋਕ੍ਰੈਟਿਕ ਵੈਲਿਊਜ਼, ਵੈਲਿਊਜ਼ ਆਫ ਲਿਬਰਲਿਜ਼ਮ, ਵੈਲਿਊਜ਼ ਆਫ ਪਲੂਰਲਿਜ਼ਮ, ਉਹ ਕੈਲਕੂਲੇਸ਼ਨ ਬਿਲਕੁਲ ਹੁਣ ਹਟ ਗਿਆ। ਹੁਣ ਤੁਸੀਂ ਜਦੋਂ ਟਰੰਪ ਨੇ ਗੱਲ ਕੀਤੀ ਵੀ G7 ਨੂੰ ਐਕਸਪੈਂਡ ਕਰਨਾ ਹੈ, ਤੇ ਉਹਨਾਂ ਨੇ ਉਹ ਤਾਂ ਕਹਿੰਦੇ ਵੀ ਰਸ਼ੀਆ ਨੂੰ ਵਿੱਚ ਵਾੜੋ। ਅੱਛਾ, ਦੂਜੇ ਜਿਹੜੇ ਐਲਾਈਜ਼ ਨੇ, ਯੂਰਪੀਅਨ ਯੂਨੀਅਨ, ਕੈਨੇਡਾ ਐਂਡ ਯੂਨਾਈਟਿਡ ਕਿੰਗਡਮ, ਉਹਨਾਂ ਨੇ ਆਬਜੈਕਟ ਕੀਤਾ ਵੀ ਤੁਸੀਂ ਇੱਕ ਪਾਸੇ ਕਰ ਰਹੇ ਹੋ ਜੀ ਅਲਾਈਅੰਸ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਰਸ਼ੀਆ ਨੂੰ ਵਿੱਚ ਵਾੜੋ। ਸੋ ਇਹਨਾਂ ਨਾਲ ਜਿਹੜਾ ਹੈ ਨਾ, ਜਿਹੜਾ ਉਹ ਜਿਵੇਂ ਫ੍ਰਾਂਸਿਸ ਫੂਕੂਯਾਮਾ ਨੇ ਕਿਹਾ ਸੀਗਾ ਕਿ ਵੀ ਜੀ ਡੈਮੋਕ੍ਰੇਸੀ ਐਂਡ ਫ੍ਰੀ ਮਾਰਕੀਟਸ ਹੈਵ ਪ੍ਰੀਵੇਲਡ 1990, ਐਂਡ ਆਫ ਹਿਸਟਰੀ ਦੀ ਗੱਲ ਕੀਤੀ ਸੀ, ਉਹਦਾ ਬਿਲਕੁਲ ਇਹਨਾਂ ਨੇ ਰਿਵਰਸ ਕਰਤਾ ਹੈ, ਮਤਲਬ ਬੇਸਿਕਲੀ। ਸੋ ਔਰ ਉਹਦਾ ਸਭ ਤੋਂ ਜਿਹੜਾ ਵੱਡਾ ਮੈਨੀਫੈਸਟੇਸ਼ਨ ਉਹ ਅਮਰੀਕਾ ਫਰਸਟ ਹੈ। ਜਿੰਨਾ ਆਈਸੋਲੇਸ਼ਨਿਸਟ ਅਮਰੀਕਾ ਹੈ, ਉਹਨਾਂ ਫਿਰ ਚੀਨ ਨੂੰ ਸਪੇਸ ਮਿਲੀ ਜਾਂਦੀ ਹੈ ਮਲਟੀਲੈਟਰਲ ਫੋਰਮਸ ਉੱਤੇ, ਇਕਨੋਮਿਕ ਕੰਟੈਕਸਟ ਵਿੱਚ ਕਿਤੇ ਵੀ ਤੁਸੀਂ ਦੇਖ ਲਓ, ਉਹ ਸਪੇਸ ਲਈ ਜਾ ਰਿਹਾ। ਸੋ ਬਿਲਕੁਲ ਠੀਕ ਗੱਲ ਹੈ ਕਿ ਚੀਨ ਨੂੰ ਇਹ ਡਰ ਹੈ, ਕਿਉਂਕਿ ਜੇ ਜੋ ਬਾਈਡਨ ਆਉਂਦੇ ਨੇ, ਭਾਵੇਂ ਉਹ ਰੈਟੋਰਿਕ ਉਹਨਾਂ ਦਾ ਇੰਨਾ ਨਹੀਂ ਹੋਏਗਾ ਚੀਨ ਦੇ ਖਿਲਾਫ, ਪਰ ਉਹਨਾਂ ਜਿਹੜਾ ਫੋਕਸ ਹੈ ਉਹ ਇਹ ਹੋਏਗਾ ਵੀ ਐਲਾਈਜ਼ ਨਾਲ ਚੰਗੇ ਤਾਲੁਕਾਤ, ਮਤਲਬ ਜਿਹੜੇ ਸੁਖਾਵੇਂ ਤਾਲੁਕਾਤ ਬਣਾਏ ਭਾਵੇਂ ਹੁੰਦੇ ਉਹਦੇ ਨਾਲ। ਹਾਂਜੀ, ਬਿਲਕੁਲ ਅਲਾਈਅੰਸਿਸ ਸਟਰੋਂਗ ਹੁੰਦੇ ਨੇ, ਅਲਾਈਅੰਸਿਸ ਚੰਗੇ। ਅੱਛਾ, ਹੁਣ ਆਪਾਂ ਗੱਲ ਕਰੀਏ ਅੱਜ ਜੀ, ਤਾਂ ਹੀ ਕਰਕੇ ਉਹਨਾਂ ਨੂੰ, ਚਾਈਨਾ ਨੂੰ ਇਨਫੈਕਟ ਟਰੰਪ ਸੂਟ ਕਰਦਾ ਹੈ। ਚਲੋ, ਇਹ ਅੱਛੀ ਦਿਲਚਸਪ ਗੱਲ ਨਿਕਲੀ। ਅਗਲੀ ਗੱਲ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਮੈਨੀ ਸਾਹਿਬ ਕਿ ਹੁਣ ਆਪਾਂ ਗੱਲ ਕਰੀਏ ਸਾਊਥ ਏਸ਼ੀਅਨਸ ਬਾਰੇ। ਉੱਤਰ ਅਮਰੀਕਾ ਦੇ ਵਿੱਚ ਤੁਸੀਂ ਬੜਾ ਫੋਲੋ ਕਰਦੇ ਹੋ, ਕਲੋਜ਼ਲੀ ਫੋਲੋ ਕਰਦੇ ਹੋ, ਸਾਊਥ ਏਸ਼ੀਅਨਸ ਦਾ ਕੀ ਰੁਝਾਨ ਰਿਹਾ ਹੈ ਟ੍ਰੈਡੀਸ਼ਨਲੀ? ਸਾਊਥ ਏਸ਼ੀਅਨਸ ਦਾ ਹੁਣ ਕੀ ਰੁਝਾਨ ਰਹੇਗਾ? ਸਾਊਥ ਏਸ਼ੀਅਨਸ ਵਿੱਚ ਆਪਾਂ ਸਾਰੇ ਆ ਜਾਂਦੇ ਆ, ਇੰਡੀਆ ਵੀ ਆ ਜਾਂਦਾ, ਪਾਕਿਸਤਾਨ ਵੀ ਆ ਜਾਂਦਾ, ਬੰਗਲਾਦੇਸ਼ ਵੀ ਆ ਜਾਂਦਾ ਹੈ, ਸ਼੍ਰੀਲੰਕਾ ਵੀ ਆ ਜਾਂਦਾ ਹੈ, ਤੇ ਅਫਗਾਨਿਸਤਾਨ ਵੀ ਆ ਜਾਂਦਾ ਹੈ। ਤੇ ਇਸ ਚੋਣਾਂ ਦੇ ਵਿੱਚ ਔਰ ਪਿਛਲੀ ਚੋਣਾਂ ਜਿਹੜੀਆਂ ਹੋਈਆਂ ਨੇ, ਉਸ ਵਿੱਚ ਕੋਈ ਫਰਕ ਹੈ ਜਾਂ ਹੁਣ ਕਿਸ ਤਰ੍ਹਾਂ ਦਾ ਵੋਟਿੰਗ ਪੈਟਰਨ ਹੋਏਗਾ? ਤੁਸੀਂ ਕੀ ਇਸ ਨੂੰ ਰੀਡ ਕੀਤਾ? ਗੱਲ ਇਹ ਹੈ ਜੀ, ਇੱਕ ਅਗੇਨ ਇੱਥੇ ਦੋ ਸੰਦਰਭ ਨੇ। ਇੱਕ ਤਾਂ ਜਦੋਂ ਆਪਾਂ ਗੱਲ ਕਰਦੇ ਹਾਂ, ਕੁਝ ਜਿਹੜੇ ਇਸ਼ੂਜ਼ ਨੇ, ਜਦੋਂ ਅਸੀਂ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੀ, ਜਾਂ ਜਦੋਂ ਗੱਲ ਆ ਜਾਂਦੀ ਹੈ ਵੀ ਸਾਡੀ ਜਦੋਂ ਐਂਟੀ ਇਮੀਗ੍ਰੇਟਿਕ ਸੈਂਟੀਮੈਂਟ ਬਣਦੀ ਹੈ, ਫਿਰ ਰੇਸਿਜ਼ਮ ਵੀ ਵੱਧਦੀ ਹੈ ਨਾਲ ਦੀ ਨਾਲ। ਸੋ ਕੁਝ ਜਿਹੜੇ ਮੁੱਦੇ ਨੇ ਬ੍ਰੈਡ ਐਂਡ ਬਟਰ ਦੇ, ਇਹ 3-4 ਇਹੋ ਜਿਹੇ ਮੁੱਦੇ ਹੈਗੇ ਨੇ ਜਿੱਥੇ ਕੀ ਕਾਮਨੈਲਿਟੀਜ਼ ਨੇ। ਸਾਰੇ ਸਾਊਥ ਜਨੂਬੀ ਏਸ਼ੀਆ ਤੋਂ ਜਿਹੜੇ ਗਏ ਨੇ ਇਮੀਗ੍ਰੈਂਟਸ, ਭਾਵੇਂ ਬੰਗਲਾਦੇਸ਼ੀ ਹੋਣ, ਪਾਕਿਸਤਾਨੀ ਹੋਣ, ਈਵਨ ਇੰਡੀਅਨ ਹੋਣ, ਉਹਨਾਂ ਉੱਤੇ ਇੰਪੈਕਟ ਪੈਂਦਾ ਹੈ। ਸੋ ਇੱਕ ਤਾਂ ਉਹ ਨੈਰੇਟਿਵ ਹੈ ਸਾਡਾ। ਔਰ ਉੱਥੇ ਮੇਰੇ ਖਿਆਲ ਜਿਹੜਾ ਜੋ ਬਾਈਡਨ ਨੇ ਅਨਾਉਂਸਮੈਂਟ ਕਰਤੀ ਹੈ ਵੀ ਜੀ ਅਸੀਂ H1Bs, ਜਿਹੜਾ ਟਰੰਪ ਨੇ ਆਰਡਰ ਕੀਤਾ H1Bs ਦੇ ਉੱਤੇ, ਅਸੀਂ ਉਹ ਰਿਵਰਸ ਕਰਾਂਗੇ। ਗ੍ਰੀਨ ਕਾਰਡ ਉੱਤੇ ਵੀ ਉਹਨਾਂ ਨੇ ਹੋਰ ਸਟੈਂਡ ਲਿੱਤਾ ਹੈ। ਵੈਸੇ ਵੀ ਕਹਿੰਦੇ ਅਸੀਂ ਟੈਲੈਂਟ ਰਿਟੇਨ ਕਰਨਾ ਚਾਹੁੰਦੇ ਹਾਂ, ਔਰ ਬਾਰ-ਬਾਰ ਉਹਨਾਂ ਨੇ ਸਾਊਥ ਏਸ਼ੀਅਨ ਦੀ ਵੀ ਤਾਰੀਫ ਕੀਤੀ ਹੈ। ਸੋ ਇੱਕ ਤਾਂ ਨੈਰੇਟਿਵ ਉਹ ਹੈਗਾ ਬ੍ਰੌਡ, ਵੀ ਜਿੱਥੇ ਬੇਸਿਕਲੀ ਕਾਮਨ ਹੈਗਾ ਸਾਰੇ ਇਮੀਗ੍ਰੈਂਟਸ ਦੇ ਵਿੱਚ। ਦੂਜੀ ਗੱਲ ਫਿਰ ਇਹ ਆ ਜਾਂਦੀ ਹੈ ਵੀ ਸਾਡੇ ਹੋਰ ਵੀ ਗਰੁੱਪਸ, ਦੇਖੋ ਇੱਕ ਜਿਹੜੀ ਤਬਦੀਲ ਆਈ ਹੈ, ਜਿਹੜੇ ਕੁਝ ਜਦੋਂ ਇਕਨੋਮਿਕ ਐਂਗਲ ਤੋਂ ਗੱਲ ਕਰੀਏ, ਇਹ ਕਿਹਾ ਜਾਂਦਾ ਹੈ ਕਈ ਵਾਰ ਕਿ ਵੀ ਜਿਹੜੇ ਗਰੁੱਪਸ ਫਿਰ ਜਿਵੇਂ ਫॉर ਇੰਸਟੈਂਸ ਡਾਕਟਰਸ ਨੇ ਜਾਂ ਹੋਰ ਜਿਹੜੇ ਪ੍ਰੋਸਪਰ ਕਰ ਗਏ ਨੇ, ਕਦੀ ਇਹ ਜ਼ਰੂਰੀ ਨਹੀਂ ਹੈ ਵੀ ਉਹ ਸਿਰਫ ਉਹ ਫਿਰ ਡੈਮੋਕ੍ਰੈਟਸ ਨਾਲ ਜਾਣਗੇ। ਸੋ ਪਿਛਲੇ 15-20 ਸਾਲਾਂ ਚ ਇਹ ਵੀ ਟ੍ਰੈਂਡ ਆਇਆ ਹੈ ਵੀ ਕੁਝ
यूके ਵਿੱਚ ਵੀ ਇਹੀ ਹੋਇਆ, ਇੰਡੀਅਨਸ ਕੰਜ਼ਰਵੇਟਿਵਸ ਨਾਲ ਜਾਣ ਲੱਗ ਪਏ ਨੇ। ਸੋ ਜਦੋਂ ਇਕਨੋਮਿਕ ਸਟਾਰਟਾ ਦੀ ਆਪਾਂ ਗੱਲ ਕਰਦੇ ਹਾਂ, ਇਕਨੋਮਿਕ ਚੇਂਜ ਦੀ, ਕੁਝ ਜਿਹੜੇ ਹੈਗੇ ਨੇ ਉਹ ਆਪਣੇ ਆਪ ਨੂੰ ਇੰਟੀਗ੍ਰੇਟ ਕਰਨ ਵਾਸਤੇ ਰਿਪਬਲਿਕਨਸ ਵੱਲ ਵੀ ਜਾਣਾ ਸ਼ੁਰੂ ਹੋਇਆ। ਹੁਣ ਉਹਦੇ ਕਾਰਨ ਇੱਕ ਤੇ ਇਕਨੋਮਿਕ ਹੈ, ਦੂਜਾ ਇਹ ਹੈ ਵੀ ਇਹਨਾਂ ਦੀ ਬਿਲੀਫ ਹੈ ਕਿ ਜਿਹੜੇ ਟਰੰਪ ਦੀ ਜਿਹੜੀ ਪਾਲਿਸੀ ਹੈ ਜਦੋਂ 2016 ਚ ਜਿਵੇਂ ਜਦੋਂ ਆਏ ਸੀ, ਇਹਨਾਂ ਦਾ ਨੈਰੇਟਿਵ ਸੀਗਾ ਐਂਟੀ ਪਾਕਿਸਤਾਨ, ਔਰ ਕੁਝ ਹੱਦ ਤੱਕ, ਕਾਫੀ ਹੱਦ ਤੱਕ ਇਨਫੈਕਟ ਜਿਹੜਾ ਇਹਨਾਂ ਨੇ ਐਂਟੀ ਮੁਸਲਿਮ ਸਟਾਂਸ ਜਿਹੜਾ ਲਿੱਤਾ ਸੀਗਾ, ਕੁਝ ਇੰਡੀਅਨ ਗਰੁੱਪਸ ਨੂੰ ਉੱਥੇ ਇਹ ਵੀ ਸੂਟ ਕਰਦਾ ਸੀਗਾ। ਸੋ ਇਹਨਾਂ ਦੀ they found common ground on that, but largely ਜਿਹੜਾ ਵੇਖਿਆ ਗਿਆ ਹੈ ਹੁਣ ਇਸ ਵਾਰ ਥੋੜਾ ਜਿਹਾ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਰਿਵਰਸਲ, ਜਿਹੜੇ ਅਸੀਂ ਟ੍ਰੈਂਡਸ ਵੇਖ ਰਹੇ ਹਾਂ ਉਹਨਾਂ ਵਿੱਚ ਰਿਵਰਸਲ ਹੈ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਜਿਹੜੇ ਸਾਰੇ ਯੰਗਸਟਰਸ ਨੇ, ਇੱਕ ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉੱਤੇ ਸਾਊਥ ਏਸ਼ੀਅਨਸ ਦੀ, ਉਹਨੇ ਜਦੋਂ ਦੇਖਿਆ ਕਿ ਵੀ ਜਿਹੜੀ ਟਰੰਪ ਦੀ ਪਾਲਿਸੀਜ਼ ਨੇ ਉਹ ਸਿਰਫ ਕਿਸੇ ਇੱਕ ਗਰੁੱਪ ਨੂੰ ਨਹੀਂ ਹਿੱਟ ਕਰਦੀਆਂ, ਇੰਡੀਅਨਸ ਨੂੰ ਵੀ ਹਿੱਟ ਕਰਨਗੀਆਂ। ਸੋ ਯੰਗਸਟਰਸ ਜਿਹੜੇ ਨੇ ਕਾਫੀ ਵੋਕਲ ਨੇ। ਬਲੈਕ ਲਾਈਵਸ ਮੈਟਰ ਉੱਤੇ ਫॉर ਇੰਸਟੈਂਸ ਕਾਫੀ ਜਿਹੜੇ ਸਾਊਥ ਏਸ਼ੀਅਨ ਐਕਟਿਵਿਸਟਸ ਨੇ ਉਹਨਾਂ ਨੇ ਵੀ ਬੜਾ ਆਪਣਾ ਸਟੈਂਡ ਲਿੱਤਾ ਔਰ ਕਾਫੀ ਵੋਕਲ ਹੋਏ ਨੇ। ਸੋ ਇਹ ਜਿਹੜੀਆਂ ਪਹਿਲਾਂ ਗੱਲਾਂ ਅਸੀਂ ਬਿਲਕੁਲ ਸਾਈਡ ਤੇ ਰੱਖਤੀਆਂ ਸੀਗੀਆਂ, ਇਸ ਵਾਰ ਇਹ ਮੈਟਰ ਕਿਤੇ ਨਾ ਕਿਤੇ ਇਹ ਮੈਟਰ ਕਰਨਗੀਆਂ। ਜਿਹੜੀ ਗੱਲ ਹੈ ਨਾ ਈਵਨ ਰੇਸਿਜ਼ਮ ਦੀ, ਔਰ ਕਿਉਂਕਿ ਹੇਟ ਕ੍ਰਾਈਮਸ ਵੀ ਵਧੀਆਂ ਨੇ, ਔਰ ਸਿਰਫ ਇੱਕ ਗਰੁੱਪ ਉੱਤੇ ਨਹੀਂ, ਜਿਹੜਾ ਵੀ ਬੰਦਾ ਅੱਡ ਲੱਗਦਾ ਥੋੜਾ ਟਰੰਪ ਤੱਕ ਸਿਰਫ ਕਹਿੰਦਾ ਜੀ ਆਪਾਂ ਗੱਲ ਕਰਨਾ ਇਸਲਾਮੋਫੋਬੀਆ ਦੇ ਕੰਟੈਕਸਟ, ਬਟ ਕੋਈ ਵੀ ਜਿਹੜਾ ਅੱਡ ਲੱਗਦਾ, ਜਿਹਦੀ ਸਕਿਨ ਅਲੱਗ ਰੰਗ ਦੀ ਹੈ, ਸੋ ਆਟੋਮੈਟਿਕਲੀ ਉਹਨੂੰ ਇਫੈਕਟ ਹੁੰਦਾ ਹੈ। ਸੋ ਇਹ ਇਸ ਵਾਰ ਇਹ ਡੈਫੀਨਿਟਲੀ ਇਹ ਵੱਡੇ ਮੁੱਦੇ ਹੋਣਗੇ। ਔਰ ਜਿਹੜਾ ਬਾਈਨਰੀ ਅਸੀਂ ਬਣਾਇਆ ਹੋਇਆ ਹੈ ਵੀ ਜੀ ਡੈਮੋਕ੍ਰੈਟਸ ਚੰਗੇ ਨੇ ਇੰਡੀਆ ਵਾਸਤੇ ਜਾਂ ਰਿਪਬਲਿਕਨ ਚੰਗੇ ਨੇ, ਉਹ ਕਾਫੀ ਸਿੰਪਲਿਸਟਿਕ ਹੈਗਾ ਮੇਰੇ ਹਿਸਾਬ ਨਾਲ। ਉਹ ਕਾਫੀ ਸਿੰਪਲਿਸਟਿਕ ਹੈ। ਇਸ ਉੱਤੇ ਬੜੀ ਜ਼ਰੂਰੀ ਇੰਪੋਰਟੈਂਟ ਗੱਲ ਕਰਨਾ ਚਾਹੂੰਗਾ, ਬਿਕੋਜ਼ ਕਈ ਵਾਰ ਅਸੀਂ ਨੈਰੇਟਿਵ ਹੈ ਦੇਖਦੇ ਹਾਂ ਕਿ ਵੀ ਆਫ ਕੋਰਸ ਟਰੰਪ ਦੇ ਇੰਡੀਆ ਨਾਲ ਸੰਬੰਧ ਹਾਲ ਦੀ ਘੜੀ ਬੜੇ ਅੱਛੇ ਲੱਗ ਰਹੇ ਨੇ, ਲੇਕਿਨ ਜਦ ਤੁਸੀਂ ਉਸ ਗਰਾਊਂਡ ਤੇ ਹੁੰਦੇ ਹੋ, ਉਸ ਧਰਤੀ ਤੇ ਹੁੰਦੇ ਹੋ, ਤੇ ਤੁਸੀਂ ਕੁਝ ਹੋਰ ਰਿਐਲਿਟੀਜ਼ ਐਜ਼ ਐਨ ਇਮੀਗ੍ਰੈਂਟ ਔਰ ਐਜ਼ ਅ ਵਰਕਰ ਦੇਅਰ ਤੁਸੀਂ ਉੱਤੇ ਦੇਖ ਰਹੇ ਹੁੰਦੇ ਹੋ, ਤੇ ਤੁਹਾਡਾ ਜ਼ਿਹਨ ਕਿਸੇ ਹੋਰ ਤਰੀਕੇ ਨਾਲ ਕੰਮ ਕਰ ਰਿਹਾ ਹੁੰਦਾ ਹੈ। ਇੱਥੇ ਜਿਹੜਾ ਆਡੀਅנס ਹੈਗਾ ਇੱਥੇ ਉਹ ਕਿਸੇ ਹੋਰ ਤਰੀਕੇ ਨਾਲ ਵੇਖ ਰਿਹਾ ਹੁੰਦਾ ਹੈ। ਤੁਸੀਂ ਜਿਹੜੀ 2-3 ਗੱਲਾਂ ਕਿ ਮੈਂ ਉਹਨੂੰ ਸਮ ਅਪ ਇਸ ਤਰ੍ਹਾਂ ਕਰਨਾ ਚਾਹਾਂਗਾ ਕਿ ਪਹਿਲੀ ਗੱਲ ਤੁਸੀਂ ਇਹ ਦੱਸੀ ਹੈ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਮੋਨੋਲਿਥਿਕ ਵੋਟ ਹੋਵੇ, ਇੱਕ ਪੂਰੇ ਦੀ ਪੂਰੀ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਹੋਵੇ ਉਹ ਇੱਕੇ ਪਾਸੇ ਵੋਟ ਪਾਉਂਦੀ ਹੋਵੇ, ਵਿੱਚ ਰਿਪਬਲਿਕਨ ਨੂੰ ਵੀ ਪਿਆ ਹੈਗਾ। ਮੈਂ ਤੁਹਾਨੂੰ ਬਿਕੋਜ਼ ਬਿਲਕੁਲ ਤੁਸੀਂ ਠੀਕ ਕਿਹਾ, ਖਾਸ ਕਰਕੇ ਵੀ ਦੇਖੀਏ ਪੰਜਾਬੀ ਡਾਇਸਪੋਰਾ ਸੀ ਜਿਹੜਾ 90s ਵਿੱਚ 80s ਵਿੱਚ 90s ਦੇ ਵਿੱਚ ਉਹ ਰਿਪਬਲਿਕਨ ਨੂੰ ਉਸਨੇ ਕਾਫੀ ਵੋਟ ਪਾਇਆ, ਫਿਰ ਰਿਵਰਸਲ ਆਇਆ, ਓਬਾਮਾ ਦੇ ਵੇਲੇ ਆਇਆ। ਸੋ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ, ਮੋਨੋਲਿਥਿਕ ਕੋਈ ਵੋਟ ਨਹੀਂ ਹੁੰਦਾ। ਲੇਕਿਨ ਐਤਕੀ ਕਿਉਂਕਿ ਹਾਲਾਤ ਦੁਨੀਆ ਦੇ ਦੂਸਰੇ ਪਾਸੇ ਤੁਰ ਗਏ ਨੇ, ਕੋਰੋਨਾ ਵਾਇਰਸ ਵੀ ਆ ਗਿਆ, ਫਿਰ ਉੱਤੋਂ ਟਰੰਪ ਦੀ ਜਿਹੜੀ ਗੱਲਬਾਤ ਆ ਗਈ, ਵੀਜ਼ਾ ਵਗੈਰਾ ਵਾਲੇ ਜਿਹੜੀ ਗੱਲ ਆ ਗਈ, ਉਹਨਾਂ ਦੀ ਵੀਜ਼ਾਸ ਉੱਤੇ ਉਹਨਾਂ ਨੇ ਜਿਹੜੀ ਕ੍ਰੈਕਡਾਊਨ ਕਰ ਦਿੱਤਾ, ਖਾਸ ਕਰਕੇ ਵਰਕਰ ਵੀਜ਼ਾ ਦੇ ਉੱਤੇ, ਉਸ ਨਾਲ ਵੀ ਕਾਫੀ ਸੈਂਟੀਮੈਂਟਸ ਉੱਤੇ ਫਰਕ ਪਿਆ ਹੈ। ਹੁਣ ਆਪਾਂ ਗੱਲ ਕਰ ਲਈਏ ਮੈਨੀ ਸਾਹਿਬ ਪੰਜਾਬੀ ਡਾਇਸਪੋਰੇ ਦੀ, ਖਾਸ ਕਰਕੇ ਸਿੱਖ ਡਾਇਸਪੋਰੇ ਦੀ, ਔਰ ਉਧਰ ਜਿਹੜੀ ਆਬਾਦੀ ਐਸਟੀਮੇਟਸ ਆਉਂਦੇ ਨੇ ਉਹ ਹੈਗੇ ਨੇ ਤਕਰੀਬਨ 7-8 ਲੱਖ ਸਿੱਖ, ਕੋਈ ਫਰਮ ਨੰਬਰ ਨਹੀਂ ਹੈਗਾ, ਅਮਰੀਕਾ ਵਿੱਚ ਹੈ ਨੇ। ਅਨਲਾਈਕ ਕੈਨੇਡਾ ਜਾਂ ਇੰਗਲੈਂਡ, ਇੱਥੇ ਬੜੀ ਇੱਕ ਟਾਈਨੀ ਜੀ ਮਾਈਨੋਰਿਟੀ ਹੈ। ਤੁਸੀਂ ਕੀ ਦੇਖਦੇ ਹੋ ਕਿ ਪੰਜਾਬੀ ਡਾਇਸਪੋਰਾ, ਸਿੱਖ ਡਾਇਸਪੋਰਾ ਬੜੇ ਬੜੇ ਸ਼ੋਬਿਆਂ ਦੇ ਵਿੱਚ ਅੱਗੇ ਹੈ? ਕੀ ਇਤਿਹਾਸ ਰਿਹਾ ਉਹਨਾਂ ਦਾ ਉੱਥੇ ਅਮਰੀਕਨ ਪੋਲਿਟਿਕਸ ਦੇ ਵਿੱਚ, ਔਰ ਆਉਣ ਵਾਲੀ ਚੋਣਾਂ ਦੇ ਵਿੱਚ ਇਹ ਜਿਹੜਾ ਡਾਇਸਪੋਰਾ ਤੁਸੀਂ ਇਹਨੂੰ ਕਿੱਥੇ ਜਾਂਦਾ ਵੇਖਦੇ ਹੋ? ਜਿਵੇਂ ਅਸੀਂ ਜਦੋਂ ਗੱਲ ਕਰ ਰਹੇ ਸੀ ਪਹਿਲਾਂ, ਜਿਹੜੇ ਹਾਊਸ ਆਫ ਰੈਪਰੈਜ਼ੈਂਟੇਟਿਵਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਸਾਊਥ ਏਸ਼ੀਅਨ ਦੇ ਦਲੀਪ ਸਿੰਘ ਸੋਨ ਸੀਗੇ 1957 ਤੋਂ ਲੈ ਕੇ 1963 ਤੱਕ, ਜਿਹੜੇ ਮਤਲਬ ਪੰਜਾਬ ਤੋਂ ਸੀਗੇ। ਉਸ ਤੋਂ ਬਾਅਦ ਜਿਹੜਾ ਨੰਬਰ ਹੈ ਸਾਊਥ ਏਸ਼ੀਅਨਸ ਦਾ ਕੋਈ ਇੰਨਾ ਜ਼ਿਆਦਾ ਨਹੀਂ, ਬਟ ਇੱਕ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਬੇਸਿਕਲੀ 6 ਬੜੀ ਇੰਟਰਸਟਿੰਗ ਗੱਲ ਹੈ ਕਿ ਉਸ ਤੋਂ ਬਾਅਦ 6 ਪੋਲੀਟੀਕਲੀ ਨਹੀਂ ਇੰਨੇ, ਕਿਉਂਕਿ ਉੱਥੇ ਜਿਵੇਂ ਤੁਸੀਂ ਕਿਹਾ ਕਿ ਕਨਸੈਂਟਰੇਸ਼ਨ ਇਸ ਤਰ੍ਹਾਂ ਨਹੀਂ ਹੈ ਜਿਵੇਂ ਕੈਨੇਡਾ ਜਾਂ ਯੂਕੇ ਵਾਲੀ ਗੱਲ ਨਹੀਂ ਹੈ ਨਾ, ਬਟ ਦੂਜੇ ਜਿਹੜੇ ਪ੍ਰੋਫੈਸ਼ਨਸ ਨੇ ਉੱਥੇ ਡੈਫੀਨਿਟਲੀ ਉਹਨਾਂ ਨੇ ਬਹੁਤ ਉਹਨਾਂ ਦੀਆਂ ਅਚੀਵਮੈਂਟਸ ਰੈਕਗਨਾਈਜ਼ ਨੇ, ਚੰਗੀ ਤਰ੍ਹਾਂ ਉਹਦੀ ਪਛਾਣ ਹੋਈ ਹੈ। ਬਟ ਮੇਰੇ ਖਿਆਲ ਨਾਲ ਹੁਣ ਜੋ ਕੁਝ ਪਿਛਲੇ ਜਿਹੜੇ 9/11 ਤੋਂ ਬਾਅਦ ਸਿੱਖਾਂ ਦੀ ਜਿਹੜੀ ਇੱਕ ਪ੍ਰੋਬਲਮ ਸੀ ਵੀ ਜਿਹੜੀ ਅੱਡ ਆਇਡੈਂਟੀਟੀ ਹੈ, ਵੀ ਜਿਹੜੀ ਵਿਲੱਖਣ ਜਿਹੜੀ ਪਛਾਣ ਹੈ, ਉਹ ਕਾਫੀ ਹੱਦ ਤੱਕ ਉਹਦੇ ਵਿੱਚ ਤਬਦੀਲ ਆਈ ਹੈ, ਕਿਉਂਕਿ ਸਿੱਖ ਜਿਹੜੇ ਸਿਵਲ ਸੁਸਾਇਟੀ ਦੇ ਗਰੁੱਪਸ ਨੇ, ਸਿੱਖ ਐਕਟਿਵਿਸਟ ਨੇ ਬਹੁਤ ਐਫਰਟਸ ਕੀਤੇ ਨੇ। ਇੱਕ ਤੇ ਇਹ ਗੱਲ ਹੈ। ਦੂਜੀ ਗੱਲ ਇਹ ਹੈ ਵੀ ਜਦੋਂ ਵੀ ਅਮਰੀਕਾ ਨੇ ਕੋਈ ਪ੍ਰੋਬਲਮ ਦਾ ਸਾਹਮਣਾ ਕੀਤਾ 9/11 ਇਟਸੈਲਫ, ਉਸ ਵੇਲੇ ਵੀ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਮਤਲਬ ਵੱਧ ਚੜ ਕੇ ਅੱਗੇ ਆਈ ਹੈ।
ਉਸ ਵੇਲੇ ਜਦੋਂ ਬਲੱਡ ਡੋਨੇਸ਼ਨ ਕੈਂਪਸ ਵਗੈਰਾ ਸੀ 9/11 ਤੋਂ ਬਾਅਦ ਹੋਇਆ। ਹੁਣ ਮਹਾਮਾਰੀ ਦੇ ਦਰਮਿਆਨ ਇੱਕ ਨਵੇਂ ਲੈਵਲ ਤੱਕ ਗੱਲ ਪਹੁੰਚ ਗਈ ਹੈ। ਇੱਕ ਤਾਂ ਦੁਨੀਆ ਭਰ ਜਿਵੇਂ ਲੰਗਰ ਸੇਵਾ ਦੀ ਜਿਹੜੀ ਪ੍ਰਥਾ ਹੈ ਉਸ ਕਰਕੇ ਵੀ ਅਮਰੀਕਾ 'ਚ ਬਹੁਤ ਮਤਲਬ ਸਰਾਹਨਾ ਹੋਈ ਹੈ ਇਸ ਗੱਲ ਦੀ। ਨਿਊਯਾਰਕ ਵਿੱਚ ਫॉर ਇੰਸਟੈਂਸ ਜਿਹੜੇ ਗੁਰਦੁਆਰੇ ਨੇ ਔਰ ਹੋਰ ਵੀ ਅਮਰੀਕਾ ਦੇ ਮੇਰੇ ਖਿਆਲ 200 ਦੇ ਤਕਰੀਬਨ ਹਾਂਜੀ ਔਰ ਫਿਰ ਮੈਡੀਕਲ ਵੀ ਅਸਿਸਟੈਂਸ ਪ੍ਰੋਵਾਈਡ ਕਰ ਰਹੇ ਨੇ। ਅੱਛਾ, ਔਰ ਗੱਲ ਸਿਰਫ ਇੱਥੇ ਤੱਕ ਸੀਮਤ ਨਹੀਂ, ਕਈ ਜਿਹੜੇ ਡਾਕਟਰਸ ਵੀ ਹੈਗੇ ਨੇ ਜਿਹੜੇ ਕੋਰੋਨਾ ਦੇ ਵਿੱਚ ਜਦੋਂ ਜਿਹੜੇ ਪੇਸ਼ੈਂਟਸ ਦੇ ਕੋਵਿਡ-19 ਜਿਹਨੂੰ ਲਾਰਜ ਨੰਬਰ ਜਿਹੜੇ ਹੈਗੇ ਨੇ ਇੰਡੀਅਨ origin ਦੇ 6 ਮਤਲਬ ਬੇਸਿਕਲੀ ਦਾ ਸਿੱਖ ਕਮਿਊਨਿਟੀ ਹੈਗੀ ਉਹਦੇ ਵਿੱਚ। ਸੋ ਇਹ ਕਾਫੀ ਵੱਡੀ ਮਤਲਬ ਤਬਦੀਲ ਆਈ ਹੈ। ਹੁਣ ਜਿਹੜਾ ਤੁਸੀਂ ਅਗੇਨ ਨਾ ਸਿੱਖ ਕਮਿਊਨਿਟੀ ਦਾ ਬੜਾ ਮਤਲਬ ਔਖਾ ਹੈ ਕਹਿਣਾ ਵੀ ਕਿਹੜੇ ਪਾਸੇ ਐਸ ਸੱਚ ਰੁਝਾਨ ਹੋਏਗਾ, ਕਿਉਂਕਿ ਕੁਝ ਸਿੱਖ ਡਾਕਟਰਸ ਜਿਹੜੇ ਨੇ ਉਹ ਰਿਪਬਲਿਕਨਸ ਵੱਲ ਵੀ ਕਾਫੀ ਸਪੋਰਟ ਕਰਦੇ ਨੇ, ਬਟ ਐਟ ਦ ਸੇਮ ਟਾਈਮ ਸਾਡੇ ਜਿਹੜੇ ਕੁਝ ਜਿਹੜੇ ਦੂਜੇ ਸ਼ੋਬੇ ਜੇ ਫॉर ਇੰਸਟੈਂਸ ਕੋਈ ਐਕੈਡੈਮਿਕਸ ਵਿੱਚ ਹੈਗਾ ਹੈ, ਕੋਈ ਐਕਟਿਵਿਸਟ ਹੈ, ਕੋਈ ਕੁਝ ਹੋਰ ਹੈ, ਉਹ ਨੈਚੁਰਲੀ ਉਹਦਾ ਜਿਹੜਾ ਝੁਕਾਅ ਹੈ ਉਹ ਡੈਮੋਕ੍ਰੈਟਸ ਵੱਲ ਜ਼ਿਆਦਾ ਹੋਏਗਾ। ਪਰ ਇੱਕ ਮੈਂ ਜਿਵੇਂ ਇੱਕ ਜਿਹੜੇ ਐਕਟਿਵਿਸਟ ਹੈਗੇ ਨੇ ਇਹਨਾਂ ਦਾ ਨਾਮ ਸਿਮਰਨਜੀਤ ਜਿਹੜੇ ਹੈਗੇ ਨੇ, ਇਹਨਾਂ ਨੇ ਬੜਾ ਮਤਲਬ ਵੋਕਲ ਸਟੈਂਡ ਲਿੱਤਾ ਹੈ ਬਲੈਕ ਲਾਈਵਸ ਮੈਟਰ ਉੱਤੇ। ਔਰ ਮੇਰੇ ਖਿਆਲ ਇਹ ਜ਼ਰੂਰੀ ਗੱਲ ਇਹ ਹੈ ਕਿ ਸਿੱਖਾਂ ਨੇ ਦੂਜੀਆਂ ਮਾਈਨੋਰਿਟੀਜ਼ ਨਾਲ ਸੋਲੀਡੈਰਿਟੀ ਵੀ ਵਿਖਾਈ ਹੈ। ਇਹ ਨਹੀਂ ਹੱਲੇ ਵੀ ਉਹਨਾਂ ਸਿੱਖਾਂ ਉੱਤੇ ਆਪ ਵੀ ਰੇਸਿਸਟ ਅਟੈਕਸ ਹੋ ਰਹੇ ਨੇ, ਬਟ ਜਿਹੜੀ ਗੱਲ ਦੁਨੀਆ ਭਰ ਚ ਵੇਖਣ ਨੂੰ ਮਿਲ ਰਹੀ ਹੈ, ਹਿੰਦੁਸਤਾਨ ਚ ਵੀ ਅਸੀਂ ਵੇਖਿਆ ਪਿਛਲੇ 1 ਸਾਲ ਵਿੱਚ, ਸਿੱਖ ਹੁਣ ਦੂਜੀ ਮਾਈਨੋਰਿਟੀਜ਼ ਨਾਲ ਜਿਹੜੀ ਸੋਲੀਡੈਰਿਟੀ ਵਿਖਾ ਰਹੇ ਨੇ, ਉਹਦੇ ਨਾਲ ਵੀ ਕਾਫੀ ਜਿਹੜੀ ਇਹਨਾਂ ਦੀ ਆਇਡੈਂਟੀਟੀ ਹੈ, ਜਿਹੜੀ ਪਛਾਣ ਹੈ, ਇਹਨੂੰ ਕਾਫੀ ਇੱਕ ਬੂਸਟ ਮਿਲੀ ਹੈ। ਔਰ ਜਿਹੜਾ ਮਤਲਬ ਸਾਡਾ ਜਿਹੜਾ ਪੈਗਾਮ ਹੈ ਸਰਬੱਤ ਦੇ ਭਲੇ ਦਾ, ਉਹਨੂੰ ਕਾਫੀ ਚੰਗੀ ਤਰ੍ਹਾਂ ਅਸੀਂ ਇੱਕ ਪ੍ਰੈਕਟੀਕਲ ਉਹਦੇ ਚ ਕਨਵਰਟ ਕਰ ਸਕਦੇ ਹਾਂ। ਸੋ ਇਨ ਦਾ ਨਟ ਮਤਲਬ ਤੁਸੀਂ ਕਹਿਣਾ ਤਾਂ ਭਾਵ ਹੈਗਾ ਕਿ ਬਈ ਕਿਉਂਕਿ ਇੱਕ ਕਾਮਨ ਗਰਾਊਂਡ ਆਇਆ ਹੈਗਾ, ਕਿਉਂਕਿ ਸਿੱਖ ਟ੍ਰੈਡੀਸ਼ਨਲੀ ਜਿਹੜਾ ਹੈਗਾ ਉਹ ਆਪਰੈਸ ਦੇ ਨਾਲ ਰਿਹਾ ਹੈਗਾ, ਤੇ ਇੱਕ ਉਹਦੇ ਮਹਿਸੂਸ ਕੀਤਾ ਗਿਆ ਬਲੈਕ ਲਾਈਫ ਮੈਟਰਸ ਜਿਹੜੀ ਗੱਲਬਾਤ ਚੱਲੀ ਕਿ ਕਾਲਿਆਂ ਦੇ ਤਸ਼ੱਦਦ ਹੁੰਦੇ ਨੇ, ਔਰ ਸਿੱਖ ਜਿਹੜੇ ਹੈਗੇ ਨੇ ਉਹ ਦੋਵੇਂ ਇੱਕ ਪਾਸੇ ਇਹ ਗੱਲ ਨਹੀਂ ਕਿ ਸਿਰਫ ਮਾਈਨੋਰਿਟੀਜ਼ ਦੀ ਗੱਲ ਕਰਦੇ ਨੇ, ਉਹ ਮੈਜੋਰਿਟੀ ਦੀ ਵੀ ਗੱਲ ਕਰ ਰਹੇ ਨੇ, ਉਹ ਨਾਲ ਖਲੋਤੇ ਨੇ ਪੂਰਾ ਕਰੋਨਾ ਵਾਇਰਸ ਦੇ ਉੱਤੇ ਜਿਹੜੀ ਉਹ ਸੇਵਾ ਚੱਲ ਰਹੀ ਹੈਗੀ ਹੈ, ਔਰ 9/11 ਦੇ ਬਾਅਦ ਹੀ ਭਾਵੇਂ ਕਰੋਨਾ ਵਾਇਰਸ ਹੋਏ। ਸੋ ਕਾਮਨ ਗਰਾਊਂਡ ਜਿਹੜਾ ਆ ਗਿਆ ਉਹ ਆ ਗਿਆ ਕਿ ਵੀ ਗੱਲ ਫਿਰ ਘੁਮਾ ਫਿਰਾ ਕੇ ਜਿਹੜੀ ਆ ਰਹੀ ਹੈਗੀ ਉਹ ਲੀਡਰਸ਼ਿਪ ਤੇ ਕਿਧਰੇ ਨਾ ਕਿਧਰੇ ਆ ਰਹੀ ਹੈਗੀ ਹੈ ਕਿ ਓਵਰਆਲ ਉਹ ਮੁਲਕ ਦੀ ਲੀਡਰਸ਼ਿਪ ਕਿਸ ਤਰ੍ਹਾਂ ਦੀ ਹੋਵੇ। ਸੋ ਮੈਨੀ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਹੋ, ਔਰ ਤੁਹਾਡੇ ਨਾਲ ਅਸੀਂ ਫਿਰ ਵੀ ਅਗਲੀ ਵਾਰ ਵੀ ਫਿਰ ਰਾਬਤਾ ਰੱਖਾਂਗੇ, ਇਸ ਇਲੈਕਸ਼ਨਸ ਨੂੰ ਬੜੇ ਕਲੋਜ਼ਲੀ ਫੋਲੋ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਵਾਂਸ ਅਗੇਨ। ਮੈਂ ਪੰਜਾਬ ਤੱਕ ਦੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਤੁਸੀਂ ਉੱਥੇ ਜਿਹੜੀ ਘੰਟੀ ਲੱਗੀ ਉਹ ਜਿਹੜਾ ਆਈਕਨ ਹੈ ਉਹਨੂੰ ਜ਼ਰੂਰ ਦਬਾਓ ਤੇ ਸਾਨੂੰ ਜ਼ਰੂਰ ਫੋਲੋ ਕਰੋ। ਅਸੀਂ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਇਸ ਇਲੈਕਸ਼ਨਸ ਨੂੰ, ਡਾਇਸਪੋਰੇ ਨੂੰ ਕਲੋਜ਼ਲੀ ਫੋਲੋ ਕਰਦੇ ਹੋਏ।